ਜੀ ਤਕਰੀਬਨ ਇੱਕ ਵਕਤ ਦਾ ਹੋ ਜਾਂਦਾ 60 ਕਿਲੋ। ਯਾਨੀ ਕਿ 2 ਵਕਤ ਦਾ ਤੁਹਾਡਾ ਹੋ ਗਿਆ 100 ਤੇ 20 ਕਿਲੋ, ਹਾਂਜੀ ਤਕਰੀਬਨ 3 ਮਣ ਬਣ ਜਾਂਦਾ ਹੈ। 3 ਮਣ ਦੇ ਕਿੰਨੇ ਤੁਹਾਨੂੰ ਪੈਸੇ ਆ ਜਾਂਦੇ ਨੇ ਡੇਲੀ ਬੇਸ ਤੇ? ਜੀ ਭਾਈ ਜੀ ਸਾਨੂੰ ਇਸ ਦੁੱਧ 'ਚ ਤਕਰੀਬਨ 10,000 ਦਾ ਰੋਜ਼ ਦੁੱਧ ਬਣ ਜਾਂਦਾ ਠੀਕ ਹੈ। ਜਿਹਦੇ ਵਿੱਚੋਂ ਸਾਡਾ ਖਰਚਾ 3,000 3500 ਆਏਗਾ। ਠੀਕ ਹੈ, ਬਾਕੀ ਸਾਡੀ ਬਚਤ ਹੈ। ਸਹੀ ਹੈ। ਹਾਂਜੀ। ਯਾਨੀ ਕਿ ਤੁਹਾਡਾ ਜਿਹੜਾ ਵੀ ਰੇਸ਼ੋ ਉਹ ਤਕਰੀਬਨ 60 ਤੋਂ 70% ਤੁਹਾਡਾ ਇਸ ਟਾਈਮ ਰੇਸ਼ੋ ਤੁਹਾਡੀ ਆ ਰਹੀ ਹੈ ਬਚਤ ਦੀ। ਜੀ ਕੰਮ ਤੇ ਦਾਦੇ ਪੜਦਾਦੇ ਤੋਂ ਕਰਦੇ ਆ ਰਹੇ ਹਾਂ। ਤਕਰੀਬਨ ਮੇਰੀ ਵੀ 35 ਸਾਲ ਉਮਰ ਹੋ ਗਈ ਤੇ ਇਹ ਕੰਮ ਕਰ ਰਹੇ ਹਾਂ। ਜੀ ਆਸਾਨ ਹੈ ਇਹ ਹਾਂ ਕਿ ਇਹਨਾਂ ਦੀ ਕੰਮ ਦੀ ਰੁਟੀਨ ਬਣਾਈਏ। ਅੱਛਾ, ਘੰਟਾ ਡੇਢ ਸਵੇਰ ਕੰਮ ਕਰੀਏ, ਘੰਟਾ ਡੇਢ ਸ਼ਾਮ ਨੂੰ ਕਰੀਏ ਤੇ ਅਸੀਂ ਫਾਰਗ ਹੋ ਜਾਣੇ। ਤੁਸੀਂ ਫੁੱਲ ਟਾਈਮ ਇਹ ਕੰਮ ਕਰਦੇ ਹੋ ਜਾਂ ਇਹਦੇ ਨਾਲ ਕੋਈ ਹੋਰ ਵੀ ਕੰਮ ਹੈ? ਜੀ ਮੈਂ ਇਸ ਤੋਂ ਇਲਾਵਾ ਕੋਈ ਡੰਗਰ ਹੋਰ ਲਿਆ ਕੇ ਲੈਣ ਦੇਣ ਵਾਲਾ ਕਰ ਲੈਂਦੇ ਆ। ਚੱਲ ਜਾਂਦਾ। ਠੀਕ ਹੋ ਗਿਆ। ਝੋਟਾ ਕਿਹੜੀ ਨਸਲ ਦਾ ਹੋਣਾ ਚਾਹੀਦਾ ਹੈ? ਜੀ ਝੋਟਾ ਨੀਲੀ ਦਾ। ਇੱਕ ਮੱਝ ਵਾਸਤੇ ਤੇ ਇੱਕ ਮਰਲਾ ਜਗ੍ਹਾ ਵੀ ਕਾਫੀ ਹੁੰਦੀ ਹੈ। ਠੀਕ ਉਹਦੇ ਹੈ। ਪਿਛਾ ਉੱਪਰ ਬੰਨਣ ਲਈ ਵੀ ਜਗ੍ਹਾ ਹੋ ਜਾਂਦੀ ਹੈ, ਪਿਛਾ ਬੰਨਣ ਲਈ ਵੀ ਹੋ ਜਾਂਦੀ ਹੈ। ਜੀ ਜਿਹੜਾ ਭਰਾ ਉੱਥੋਂ ਜਾ ਕੇ ਲਏ ਉਹਨੂੰ ਤੇ ਚਾਹੀਦਾ ਉੱਥੇ ਗੱਡੀ ਤੇ ਲੱਦਣ ਤੋਂ ਵੀ ਪਹਿਲਾਂ ਵੀ ਉਹਨੂੰ 5 ਗ੍ਰਾਮ ਲਾਏ। ਠੀਕ। ਇੱਥੇ ਲਿਆ ਕੇ ਉਤਾਰਨ ਲੱਗਿਆ ਵੀ 5 ਗ੍ਰਾਮ ਲਾਏ। ਜੀ। ਇੱਕ ਹਫਤਾ ਤਕਰੀਬਨ ਉਹਨੂੰ ਰੋਜ਼ 1 ਕਿਲੋ ਗੰਢੇ ਦੇ ਤੇ ਮੱਝ ਬਿਲਕੁਲ ਉਹਨੂੰ ਉਧਰ ਦੀ ਜੂ ਦਾ ਇੱਧਰ ਦੀ ਜੂ यानी कि पानी लाग नहीं होएगा? नहीं होएगा पानी। अस्सलाम वालेकुम व्यूअर्स, आप देख रहे हैं बिजनेस इन्फो ऑफिशियल यूट्यूब चैनल। नाजरीन, आज की वीडियो एक मरतबा फिर बफलो फार्मिंग के हवाले से है। नए पुराने दोस्तों के लिए, फार्मर भाई और हजरात के लिए और बिलखसूस कारोबारी हजरात के लिए आज की वीडियो ये बड़ी अहम है। इस वीडियो की ख़ास बात यह है कि इसमें एक नौजवान अपने फार्म की सारी फिजिबिलिटी रिपोर्ट आपके साथ शेयर कर रहा है कि उसके पास कितने जानवर हैं और वो इन जानवरों से कितना मुनाफा माहाना कमाता है। ये तकरीबन 2 लाख के करीब हो जाता है। तो नाजरीन, इस वीडियो को आखिर तक ज़रूर देखिएगा क्योंकि इस वीडियो में वो सारी बातें बताई जाएंगी जो किसी भी नए फार्मर के लिए बहुत अहम हैं कि फ़ार्म को कैसे चलाया जाना चाहिए, फ़ार्म कैसे रन किया जाना चाहिए। तो जल्दी से हमारे चैनल को सब्सक्राइब कर दीजिए, साथ में बेल आइकन भी दबा दीजिए ताकि जैसे ही वीडियो अपलोड होगी और उसका नोटिफिकेशन आपको मिल जाएगा। तो आइए वीडियो शुरू करते हैं। अस्सलाम वालेकुम जी वालेकुम सलाम। भाई जनाब आपका की नाम है? जी मेरा नाम अमन नवीद। भाई जन अपना इलाका केड़ा जे? जी पीरकोट ਜ਼ਿਲ੍ਹਾ ਸਿਆਲਕੋਟ। भाई जन ਇਹ ਜਾਨਵਰਾਂ ਦਾ ਕੰਮ ਕਿੰਨੀ ਦੇਰ ਤੋਂ ਕਰਦੇ ਪਏ ਹੋ? ਜੀ ਅਸੀਂ ਕੰਮ ਤੇ ਦਾਦੇ ਪੜਦਾਦੇ ਤੋਂ ਕਰਦੇ ਆ ਰਹੇ ਹਾਂ। ਤਕਰੀਬਨ ਮੇਰੀ ਵੀ 35 ਸਾਲ ਉਮਰ ਹੋ ਗਈ ਤੇ ਇਹ ਕੰਮ ਕਰ ਰਹੇ ਹਾਂ। ਅੱਛਾ, ਤੇ ਜਦੋਂ ਤੁਸੀਂ ਇਸ ਕੰਮ ਦੇ ਵਿੱਚ ਆਏ ਹੋ ਤੁਸੀਂ ਕਿਸ ਤਰ੍ਹਾਂ ਦਾ ਕੰਮ ਸਮਝਿਆ ਹੈ? ਜੀ ਕੰਮ ਸਾਡੇ ਵਾਸਤੇ ਤਾਂ ਆਸਾਨ ਹੀ ਹੈ ਤੇ ਆਮ ਲੋਕਾਂ ਨੂੰ ਤਾਂ ਲੱਗਦਾ ਕੰਮ ਔਖਾ, ਲੇਕਿਨ ਸਾਡੇ ਵਾਸਤੇ ਬਹੁਤ ਆਸਾਨ ਹੈ। ਤੁਹਾਡੇ ਵਾਸਤੇ ਆਸਾਨ ਕਿਉਂ ਹੈ? ਜੀ ਆਸਾਨ ਹੈ ਹੀ ਹਾਂ ਕਿ ਇਹਨਾਂ ਦੀ ਕੰਮ ਦੀ ਰੁਟੀਨ ਬਣਾਈਏ। ਅੱਛਾ, ਘੰਟਾ ਡੇਢ ਸਵੇਰ ਕੰਮ ਕਰੀਏ, ਘੰਟਾ ਡੇਢ ਸ਼ਾਮ ਨੂੰ ਕਰੀਏ ਤੇ ਅਸੀਂ ਫਾਰਗ ਹੋ ਜਾਂਦੇ। ਬੰਦਸ਼ ਕੋਈ ਨਹੀਂ ਤੇ ਨਹੀਂ। ਕਿਹੜੀ ਰੂਟੀਨ ਹੈ ਤੁਹਾਡੀ ਜਿਹਦੇ ਨਾਲ ਤੁਸੀਂ ਤੁਹਾਡਾ ਕੰਮ ਆਸਾਨ ਹੋ ਗਿਆ? ਆਪਣੀ ਰੂਟੀਨ ਇੱਕ ਵਾਰੀ ਫਿਰ ਦੱਸਿਓ, ਸਵੇਰ ਤੋਂ ਲੱਗ ਕੇ ਸ਼ਾਮ ਤੱਕ ਡਿਟੇਲ ਨਾਲ। ਜੀ ਸਵੇਰ ਇਨਸ਼ਾਅੱਲਾ ਅਸੀਂ ਫਜਰ ਟਾਈਮ ਉੱਠਨੇ ਆ, ਨਮਾਜ਼ ਪੜ੍ਹ ਕੇ ਧਾਰਾਂ ਚੋ ਕੇ ਮਾਸ਼ਾਅੱਲਾ। ਨਾਲ ਹੀ ਅਸੀਂ ਪੱਠੇ ਲੈ ਆਉਂਦੇ ਆ। ਉਸ ਤੋਂ ਬਾਅਦ ਅਸੀਂ 2 ਵਜੇ ਤੱਕ ਬਿਲਕੁਲ ਫ੍ਰੀ ਹੁੰਦੇ ਆ। ਠੀਕ ਹੈ। 2 ਵਜੇ ਤੋਂ ਬਾਅਦ ਅਸੀਂ ਇਹਨਾਂ ਨੂੰ ਕੁਤਰ ਕੇ ਪਾ ਕੇ ਫਿਰ ਧਾਰਾਂ ਕੱਢ ਕੇ ਮਗਰਬ ਤੋਂ ਪਹਿਲਾਂ ਫਿਰ ਅਸੀਂ ਫਾਰਗ ਹੋ ਜਾਂਦੇ ਹਾਂ। ਸਹੀ ਹੈ। ਤੁਸੀਂ ਫੁੱਲ ਟਾਈਮ ਇਹ ਕੰਮ ਕਰਦੇ ਹੋ ਜਾਂ ਇਹਦੇ ਨਾਲ ਕੋਈ ਹੋਰ ਵੀ ਕੰਮ ਹੈ? ਜੀ ਮੈਂ ਇਸ ਤੋਂ ਇਲਾਵਾ ਕੋਈ ਡੰਗਰ ਹੋਰ ਲਿਆ ਕੇ ਲੈਣ ਦੇਣ ਵਾਲਾ ਕਰ ਲੈਂਦੇ ਆ। ਅੱਛਾ, ਤੁਸੀਂ ਦੱਸਿਆ ਕਿ ਸ਼ੁਰੂ ਤੋਂ ਤੁਸੀਂ ਇਹੀ ਕੰਮ ਕਰ ਰਹੇ ਹੋ। ਜੀ ਬਿਲਕੁਲ। ਸਵਾਲ ਜ਼ਰਾ ਸੋਚ ਕੇ ਦੱਸਣਾ ਜੇ, ਜਲਦਬਾਜ਼ੀ ਨਾ ਕਰਿਓ। ਇਹ ਕੰਮ ਤੁਹਾਡੀ ਨਜ਼ਰ 'ਚ ਕੈਸਾ ਹੈ? ਜੀ ਮੇਰੀ ਨਜ਼ਰ 'ਚ ਕੰਮ ਬਿਲਕੁਲ ਠੀਕ ਹੈ। ਜਿਹੜੇ ਨੌਜਵਾਨ ਭਾਈ ਫਾਰਮਰ ਨਵੇਂ ਪੁਰਾਣੇ ਸਾਡੀ ਵੀਡੀਓ ਵੇਖ ਰਹੇ ਨੇ, ਗੱਲ ਸੁਣ ਰਹੇ ਨੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਇਹ ਕੰਮ ਅੱਛਾ ਹੈ ਔਰ ਕਿਸ ਹਵਾਲੇ ਨਾਲ ਅੱਛਾ ਹੈ? ਕਿਸ ਤਰ੍ਹਾਂ ਇਹਦੀ ਅੱਛਾਈ ਬਿਆਨ ਕਰੋਗੇ? ਜੀ ਕੰਮ ਮਾਸ਼ਾਅੱਲਾ ਜੀ ਜਿਹੜਾ ਭਰਾ ਇਹ ਕੰਮ ਕਰਦਾ ਹੈ ਉਹਨੂੰ ਤੇ ਜ਼ਿਆਦਾ ਪਤਾ ਹੈ ਕਿ ਜਿਹੜਾ ਬੰਦਾ ਇਹਨਾਂ ਰੁਟੀਨ ਨਾਲ ਕੰਮ ਨੂੰ ਸਮਝਦਾ ਹੈ ਨਾ, ਉਹ ਅਗਰ ਕਰੇਗਾ ਤੇ ਇਹਦੇ 'ਚ ਮਜ਼ਾ ਆਏਗਾ, ਉਹਨੂੰ ਫਾਇਦਾ ਵੀ ਹੋਏਗਾ। ਜਿਹੜੇ ਬਾਹਰ ਜਾਂਦੇ ਨੇ, ਨੌਕਰੀ ਕਰਦੇ ਨੇ, ਫੈਕਟਰੀ 'ਚ ਕੰਮ ਕਰਦੇ ਨੇ, ਉਹਦੇ ਨਾਲ ਕੰਪੇਅਰ ਕਰਿਓ ਇਹਨੂੰ। ਜੀ ਉਹਦੇ ਨਾਲ ਕੰਮ ਕਾਫੀ ਦਰਜੇ ਬਿਹਤਰ ਹੈ। ਜੀ ਭਾਈ ਜੀ ਸਾਨੂੰ ਇਹ ਕੰਮ ਇਸ ਲਈ ਸੌਖਾ ਲੱਗਦਾ ਹੈ ਕਿ ਅਸਾਂ ਇਹਦੀ ਇੱਕ ਰੁਟੀਨ ਬਣਾਈ ਹੈ। ਰੁਟੀਨ ਦੇ ਹਵਾਲੇ ਨਾਲ ਅਗਰ ਕੰਮ ਕਰੀਏ ਤੇ ਬਿਲਕੁਲ ਆਸਾਨ ਹੈ। ਅਗਰ ਜਿਹੜੇ ਭਰਾ ਇੱਥੋਂ ਜਾ ਕੇ ਬਾਹਰ 'ਚ ਮੁਲਕਾਂ 'ਚ ਕੰਮ ਕਰਦੇ ਨੇ, ਉਹਦੇ ਨਾਲੋਂ ਸਾਡੀ ਐਵਰੇਜ ਤਕਰੀਬਨ ਠੀਕ ਆ ਜਾਂਦੀ ਹੈ। ਬਾਹਰ ਦੇ ਮੁਲਕ ਜਾ ਕੇ ਵੀ ਉਹਨਾਂ ਨੇ ਕਿਸੇ ਦੇ ਤਹਿਤ ਕੰਮ ਕਰਨਾ ਹੈ, ਅਸੀਂ ਸਾਡਾ ਆਪਣਾ ਬਾਦਸ਼ਾਹੀ ਕੰਮ ਹੈ, ਇਸ ਲਈ ਅਸੀਂ ਕਿਸੇ ਦੇ ਪਵਾਉਂਦੇ ਨਹੀਂ, ਜੇ ਦਿਲ ਕੀਤਾ ਉਸ ਲਈ ਕਰ ਲਿਆ। ਔਰ ਤੁਸੀਂ ਆਪਣੇ ਕੰਮ ਨੂੰ ਹੁਨਰ ਬਣਾ ਚੁੱਕੇ ਹੋ। ਜੀ ਬਿਲਕੁਲ। ਅੱਛਾ, ਇਹ ਦੱਸਿਓ ਕਿ ਤੁਹਾਡੇ ਕੋਲ ਇਸ ਟਾਈਮ ਮਾਸ਼ਾਅੱਲਾ ਡੰਗਰ ਕਿੰਨੇ ਨੇ ਟੋਟਲ? ਜੀ ਸਾਡੇ ਕੋਲ ਇਸ ਲਈ ਡੰਗਰ 20 ਹੋਣੇ ਜੀ। ਕਿਹੜੀ ਨਸਲ ਦੇ ਡੰਗਰ ਜੇ?
ਜੇ ਸਾਡੇ ਕੋਲ ਜ਼ਿਆਦਾ ਚੀਚਾ ਵਤਨ ਤੇ ਨੀਲੀ ਦੇ ਨਗਨ। ਠੀਕ ਹੋ ਗਿਆ, ਕਿਉਂਕਿ ਡੰਗਰ ਦੁੱਧ ਦੇਣ ਵਿੱਚ ਅੱਛੇ ਨੇ। ਹਾਂਜੀ ਬਿਲਕੁਲ। ਲਹਿਰੀਆਂ ਮੱਝਾਂ ਕਿੰਨੀਆਂ ਨੇ ਔਰ ਖਾਂਗੜੀਆਂ ਕਿੰਨੀਆਂ ਨੇ? ਜੀ ਲੈਰੀਆਂ ਸਿਰਫ 4 ਜੇ, ਬਾਕੀ ਖਾਂਗੜੀਆਂ ਨੇ, ਦੁੱਧ ਵੈਸੇ ਦੇ ਰਹੀਆਂ ਨੇ। ਦੁੱਧ ਵੈਸੇ ਦੇ ਰਹੀਆਂ ਨੇ। ਹਾਂਜੀ। ਮਾਸ਼ਾਅੱਲਾ, ਤੁਹਾਡੇ ਫਾਰਮ ਦਾ ਇੱਕ ਵਕਤ ਦਾ ਕਿੰਨਾ ਦੁੱਧ ਹੋ ਜਾਂਦਾ ਹੈ? ਜੀ ਤਕਰੀਬਨ ਇੱਕ ਵਕਤ ਦਾ ਹੋ ਜਾਂਦਾ 60 ਕਿਲੋ। ਯਾਨੀ ਕਿ 2 ਵਕਤ ਦਾ ਤੁਹਾਡਾ ਹੋ ਗਿਆ 120 ਕਿਲੋ। ਹਾਂਜੀ ਤਕਰੀਬਨ 3 ਮਣ ਬਣ ਜਾਂਦਾ ਹੈ। 3 ਮਣ ਦੇ ਕਿੰਨੇ ਤੁਹਾਨੂੰ ਪੈਸੇ ਆ ਜਾਂਦੇ ਨੇ ਡੇਲੀ ਬੇਸ ਤੇ? ਜੀ ਭਾਈ ਜੀ, ਸਾਨੂੰ ਇਸ ਦੁੱਧ 'ਚ ਤਕਰੀਬਨ 10,000 ਦਾ ਰੋਜ਼ ਦੁੱਧ ਬਣ ਜਾਂਦਾ, ਠੀਕ ਹੈ। ਜਿਹਦੇ ਵਿੱਚੋਂ ਸਾਡਾ ਖਰਚਾ 3,000-3,500 ਆਏਗਾ। ਠੀਕ ਹੈ, ਬਾਕੀ ਸਾਡੀ ਬੱਚਤ ਹੈ। ਸਹੀ ਹੈ। ਹਾਂਜੀ। ਯਾਨੀ ਕਿ ਤੁਹਾਡਾ ਜਿਹੜਾ ਵੀ ਰੇਸ਼ੋ ਉਹ ਤਕਰੀਬਨ 60 ਤੋਂ 70% ਤੁਹਾਡਾ ਇਸ ਟਾਈਮ ਰੇਸ਼ੋ ਤੁਹਾਡੀ ਆ ਰਹੀ ਹੈ ਬਚਤ ਦੀ। ਜੀ ਬਿਲਕੁਲ। ਅੱਛਾ, ਜਾਨਵਰਾਂ ਨੂੰ ਕੋਈ ਮਸਾਇਲ ਵੀ ਹਨ ਇਸ ਕੰਮ 'ਚ, ਕੋਈ ਮਸਲੇ ਵੀ ਹਨ? ਜੀ ਮਸਲਾ ਫਿਲਹਾਲ ਤੇ ਕੋਈ ਵੀ ਨਹੀਂ ਨਾ, ਤਕਰੀਬਨ ਠੀਕ ਹੈ। ਬਿਮਾਰੀ ਵਗੈਰਾ ਅਗਰ ਲੱਗੇ? ਬਿਮਾਰੀ ਲੱਗੇ ਤੇ ਡਾਕਟਰ ਨਾਲ ਰਾਬਤਾ ਕਰ ਲਈਦਾ, ਡਾਕਟਰ ਜੁਵੇਦ ਨਾਲ। ਕਿਹੜਾ ਵੰਡਾ ਪਾਉਂਦੇ ਹੋ ਔਰ ਕਿਹੜੇ ਵੰਡੇ ਨੂੰ ਅੱਛਾ ਸਮਝਦੇ ਹੋ ਡੰਗਰਾਂ ਵਾਸਤੇ? ਜੀ ਇਸ ਟਾਈਮ ਅਸੀਂ ਖਾਲਦਾ ਵੀ ਵਡੇਵੇਂ ਦਾ ਵੀ ਵੰਡਾ ਪਾ ਰਹੇ ਹਾਂ ਤੇ ਨਾਲ HD। ਕਿਹੜਾ ਵੰਡਾ ਜਿਹੜਾ ਵੇ ਤੁਹਾਡੀ ਨਜ਼ਰ ਦੇ ਵਿੱਚ ਬਿਹਤਰ ਹੈ, ਦੁੱਧ ਜਿਹੜਾ ਵਧਾਏ ਵੀ ਜਾਂ ਦੁੱਧ ਨੂੰ ਕਾਇਮ ਰੱਖੇ, ਜਿਹੜਾ ਮੱਝ ਅੱਛਾ ਦੁੱਧ ਦੇ ਰਹੀ ਹੈ? ਜੀ HD ਇਸ ਲਈ ਸਾਡੀ ਨਜ਼ਰ 'ਚ ਬਿਹਤਰ ਜਾ ਰਿਹਾ। ਇਹ ਰੈਡੀਮੇਡ ਹੈ? ਹਾਂਜੀ। ਕਿਸ ਤਰ੍ਹਾਂ ਇਸਤੇਮਾਲ ਕਰਦੇ ਹੋ, ਸੁੱਕਾ ਭੇ ਕੇ ਜਾਂ ਪੱਠਿਆਂ ਦੇ ਨਾਲ, ਜੀ, ਕਿਸ ਤਰ੍ਹਾਂ? ਬਿਲਕੁਲ ਸੁੱਕਾ। ਅੱਛਾ, ਠੀਕ ਹੋ ਮਿਕਦਾਰ ਕੀ ਜੇ ਦੀ? ਮਕਦਾਰ 2 ਕਿਲੋ ਫੀਡ ਡੰਗਰ ਨੂੰ ਇੱਕ ਟਾਈਮ ਦਾ। ਠੀਕ ਹੈ। ਟੀਕੇ ਰਖਾਣੇ ਨੂੰ ਤੁਸੀਂ ਬਿਹਤਰ ਸਮਝਦੇ ਹੋ ਜਾਂ ਫਿਰ ਝੋਟਾ ਰੱਖਣਾ? ਜੀ ਹਾਂ, ਝੋਟਾ ਆੜਾ ਨਸਲ ਦਾ ਰੱਖਿਆ ਸੀ ਜਿਹੜਾ ਤੁਹਾਨੂੰ ਵਿਖਾਇਆ। ਕਦੀ ਤੁਹਾਨੂੰ ਇੰਜ ਵੀ ਹੋਇਆ ਕਿ ਝੋਟਾ ਤੁਸੀਂ ਰੱਖਿਆ ਔਰ ਤੁਹਾਡੀ ਮੱਝ ਜਿਹੜੀ ਏ ਉਹ ਨਾ ਬਣੀ ਹੋਏ? ਕਦੀ ਇੰਜ ਵੀ ਹੋਇਆ? ਨਹੀਂ ਬਣ ਜਾਂਦੀ। ਉਹ ਪਤਾ ਚੱਲ ਜਾਂਦਾ ਹੈ? ਹਾਂਜੀ ਪਤਾ ਚੱਲ ਜਾਂਦਾ। ਠੀਕ ਹੋ ਗਿਆ। ਝੋਟਾ ਕਿਹੜੀ ਨਸਲ ਦਾ ਹੋਣਾ ਚਾਹੀਦਾ ਹੈ? ਜੀ ਝੋਟਾ ਨੀਲੀ ਦਾ। ਠੀਕ ਹੋ ਗਿਆ। ਅੱਛਾ ਭਾਈਜਾਨ, ਇਹ ਦੱਸਿਓ ਕਿ ਕਿੰਨੇ ਪੱਠੇ ਬੀਜਦੇ ਹੋ ਤੁਸੀਂ ਐਨੇ ਡੰਗਰਾਂ ਵਾਸਤੇ? ਜੀ 4 ਕਿਲੇ ਸਟਾਲਾ ਜੇ ਤੇ ਕਿੱਲਾ ਇੱਕ ਕਨਕਸੀ ਕੋਨੀ। ਠੀਕ ਹੋ ਗਿਆ। ਤੂੜੀ ਕਿੰਨੀ ਇਕੱਠੀ ਕਰਦੇ ਹੋ ਸਾਲ ਦੀ? ਤੂੜੀ 8 ਕਿਲੇ। ਸਹੀ ਹੋ ਗਿਆ। ਅੱਛਾ, ਅਸੀਂ ਤੁਹਾਡਾ ਸ਼ੈੱਡ ਵੇਖ ਰਹੇ ਹਾਂ, ਇਹ ਲੋ ਕਾਸਟ ਨੋ ਕਾਸਟ ਦਾ ਸ਼ੈੱਡ ਹੈ, ਖੁੱਲਾ ਵੀ ਹੈ। ਹਾਂਜੀ। ਇਹਦੀ ਕਿੰਨੀ ਕੁ ਕੀਮਤ ਹੈ ਜਿਹੜਾ ਤੁਹਾਡਾ ਸ਼ੈੱਡ ਬਣਿਆ ਇਸ ਟਾਈਮ? ਕਿੰਨੇ ਕੁ ਤੇ ਪੈਸੇ ਲੱਗ ਗਏ ਨੇ? ਜੀ ਇਸ ਟਾਈਮ ਅਗਰ ਜਿਹੜਾ ਭਰਾ ਇਹਦਾ ਸ਼ੈੱਡ ਬਣਾਇਆ ਤਕਰੀਬਨ ਉਹਦਾ 10-12 ਲੱਖ ਰੁਪਇਆ ਖਰਚਾ ਆ ਜੇ। ਇੱਕ ਮੱਝ ਵਾਸਤੇ ਕਿੰਨੀ ਜਗ੍ਹਾ ਹੋਣੀ ਚਾਹੀਦੀ ਹੈ? ਇੱਕ ਮੱਝ ਵਾਸਤੇ ਤੇ ਇੱਕ ਮਰਲਾ ਜਗ੍ਹਾ ਵੀ ਕਾਫੀ ਹੁੰਦੀ ਹੈ। ਠੀਕ ਉਹਦੇ ਹੈ। ਪਿਛਾ ਉੱਪਰ ਬੰਨਣ ਲਈ ਵੀ ਜਗ੍ਹਾ ਹੋ ਜਾਂਦੀ ਹੈ, ਪਿਛਾ ਬੰਨਣ ਲਈ ਵੀ ਹੋ ਜਾਂਦੀ ਹੈ। ਤੁਹਾਡੇ ਇਸ ਟਾਈਮ ਮਾਸ਼ਾਅੱਲਾ ਡੰਗਰ ਜਿਹੜੇ ਨੇ ਉਹਨਾਂ ਵਾਸਤੇ ਤੁਸੀਂ ਕਿੰਨੀ ਜਗ੍ਹਾ ਛੱਤੀ ਰੱਖੀ ਹੈ ਔਰ ਕਿੰਨੀ ਜਗ੍ਹਾ ਖੁੱਲੀ ਰੱਖੀ ਹੈ? ਸਾਡੀ ਜੀ ਇੱਕ ਨਾਲ ਜਿਹੜੀ ਹੈ ਨਾ ਬਿਲਕੁਲ 36 ਹੈ, ਇੱਕ ਨਾਲ ਅਸੀਰਾਂ ਲਈ ਖੁੱਲੀ ਰੱਖੀ ਹੈ। ਕਿਆ ਤੁਸੀਂ ਪਾਣੀ ਦੇ ਇੰਤਜ਼ਾਮ ਵਾਸਤੇ ਪੂਲ ਵੀ ਬਣਾਇਆ? ਜੀ ਬਣਾਇਆ। ਪੂਲ ਦਾ ਕਿਸ ਤਰ੍ਹਾਂ ਇਸਤੇਮਾਲ ਕਰਦੇ ਹੋ? ਕੁਝ ਲੋਕ ਕਹਿੰਦੇ ਨੇ ਕਿ ਬਹੁਤ ਜ਼ਿਆਦਾ ਜਾਨਵਰ ਪਾਣੀ 'ਚ ਨਹੀਂ ਰਹਿਣਾ ਚਾਹੁੰਦੇ, ਤੁਹਾਡੀ ਕੀ ਖੁਆਇਸ਼ ਹੈ? ਜੀ ਸਾਡੀ ਖੁਆਇਸ਼ ਹੈ, ਬਾਕੀ ਜਿਸ ਭਰਾ ਨੇ ਆਖਿਆ ਕਿ ਜ਼ਿਆਦਾ ਦੇਰ ਪਾਣੀ 'ਚ ਨਹੀਂ ਰਹਿਣਾ ਚਾਹੁੰਦੇ ਤੇ ਨਹੀਂ ਰਹਿੰਦੇ ਡੰਗਰ ਜ਼ਿਆਦਾ ਦੇਰ ਪਾਣੀ 'ਚ। ਠੀਕ ਹੈ। ਆਪਣੀ ਮਰਜ਼ੀ ਨਾਲ ਜ਼ਿਆਦਾ ਤੋਂ ਜ਼ਿਆਦਾ 1 ਘੰਟਾ ਡੰਗਰ ਬਹਿਣ, ਉਸ ਤੋਂ ਬਾਅਦ ਬਾਹਰ ਆ ਜਾਂਦੇ ਨੇ। ਤੁਸੀਂ ਇਸ ਕੰਮ ਦੇ ਬਾਰੇ 'ਚ ਵੀ ਦੱਸ ਛੜਿਆ ਔਰ ਬੜੀ ਅਹਿਮ ਗੁਫ਼ਤਗੂ ਸਾਡੇ ਨਾਲ ਕੀਤੀ ਹੈ। ਸਾਡੇ ਨਾਜ਼ਰੀਨ ਨੂੰ ਤੁਸੀਂ ਯਕੀਨਨ ਆਪਣੀਆਂ ਗੱਲਾਂ ਨਾਲ ਰਾਜ਼ੀ ਕੀਤਾ ਹੋਏਗਾ। ਕੋਈ ਐਸੀ ਗੱਲ ਜਿਹੜੀ ਮੈਂ ਨਹੀਂ ਪੁੱਛ ਸਕਿਆ ਔਰ ਤੁਸੀਂ ਸਮਝਦੇ ਹੋ ਕਿ ਕਿਸਾਨ ਭਰਾਵਾਂ ਨੂੰ, ਡੰਗਰ ਰੱਖਣ ਵਾਲਿਆਂ ਨੂੰ ਪਤਾ ਹੋਣੀ ਚਾਹੀਦੀ ਹੈ ਤਾਂ ਕਿ ਉਹਨਾਂ ਦਾ ਨੁਕਸਾਨ ਨਾ ਹੋਵੇ, ਉਹ ਆਪਣੇ ਤੌਰ ਤੇ ਜ਼ਰਾ ਸ਼ੇਅਰ ਕਰ ਦਿਓ। ਜੀ ਅਗਰ ਭਰਾ ਕਿਸੇ ਨੇ ਇਹ ਕੰਮ ਕੋਈ ਕਰਦਾ ਹੋਵੇ ਜਾਂ ਕਰਨਾ ਚਾਹੁੰਦਾ ਹੋਵੇ, ਇਹ ਕੰਮ 'ਚ ਬਿਹਤਰ ਹੈ ਹੀ ਹੈ ਕਿ ਉਹ ਆਲਾ ਨਸਲ ਦੀ ਜਾਂ ਮੱਝਾਂ ਲਿਆਵੇ ਜਿਨ੍ਹਾਂ ਦਾ ਕੰਮੋਂ ਪੇਸ਼ ਵੀ ਦੁੱਧ 15 ਤੋਂ 16 ਲੀਟਰ ਮੱਝ ਦੇਵੇ। ਠੀਕ ਹੈ। ਅੱਛਾ, ਆਲਾ ਨਸਲ ਦੀਆਂ ਮੱਝਾਂ ਜਿਹੜੀਆਂ ਉਹ ਕਿਸ ਇਲਾਕੇ 'ਚ ਮਿਲਦੀਆਂ? ਜੀ ਉਹ ਨੀਲੀ ਰਾਵੀ ਦੀ ਮੱਝ ਜਿਹੜੀ ਹੋਏਗੀ ਉਹ ਅਕਸਰ ਚੰਗੀ ਨਿਕਲੇਗੀ। ਆਮ ਤੌਰ ਤੇ ਉਸ ਇਲਾਕੇ ਦੇ ਵਿੱਚ ਮੱਝਾਂ ਦੇ ਕੀ ਰੇਟ ਨੇ? ਸਾਡੀ ਨਜ਼ਰ 'ਚ ਇਸ ਲਈ ਵੀ ਮੱਝ ਉੱਥੇ 2 ਤੋਂ ਬਾਹਰ ਹੀ ਲੱਭੇਗੀ। ਅੱਛਾ, ਤੁਸੀਂ ਉਸ ਇਲਾਕੇ 'ਚ ਮੱਝਾਂ ਲੈ ਕੇ ਆਉਂਦੇ ਹੋ? ਜੀ ਅਸੀਂ ਉਸ ਇਲਾਕੇ 'ਚ ਮੱਝਾਂ ਲਿਆਈ ਦੀਆਂ ਨੇ ਜਿਹੜੀਆਂ ਫਰੋਖਤ ਕਰੀ ਦੀਆਂ ਨੇ। ਆਮ ਆਸਾਂ ਵੀ ਜਿਹੜੀਆਂ ਮੱਝਾਂ ਬਣਾਈਆਂ ਨੇ, ਇਸ ਤੇ ਸਾਡੀਆਂ ਮੱਝਾਂ ਜ਼ਿਆਦਾ ਉਧਰ ਦੀਆਂ ਨੇ। ਉਸ ਇਲਾਕੇ ਤੋਂ ਮੱਝਾਂ ਲਿਆ ਕੇ ਆਮ ਤੌਰ ਤੇ ਕਿਸਾਨ ਕਹਿੰਦੇ ਨੇ ਕਿ ਉਹ ਇੱਧਰ ਆ ਕੇ ਬਾਅਦ ਮੱਝਾਂ ਸੈੱਟ ਨਹੀਂ ਰਹਿੰਦੀਆਂ। ਜੀ ਕੀ ਸਮੇਂ ਦੇ ਉਹਨਾਂ ਨੂੰ ਸੈੱਟ ਰੱਖਣ ਵਾਸਤੇ ਕੋਈ ਗਿਜ਼ਾ ਵੀ ਤਬਦੀਲੀ ਜੀ ਜਿਹੜਾ ਭਰਾ ਉੱਥੋਂ ਜਾ ਕੇ ਲਏ ਉਹਨੂੰ ਤੇ ਚਾਹੀਦਾ ਉੱਥੇ ਗੱਡੀ ਤੇ ਲੱਦਣ ਤੋਂ ਵੀ ਪਹਿਲਾਂ ਵੀ ਉਹਨੂੰ 5 ਗ੍ਰਾਮ ਲਾਏ, ਇੱਥੇ ਲਿਆ ਕੇ ਉਤਾਰਨ ਲੱਗਿਆ ਵੀ 5 ਗ੍ਰਾਮ ਲਾਏ ਜੀ। ਇੱਕ ਹਫਤਾ ਤਕਰੀਬਨ ਉਹਨੂੰ ਰੋਜ਼ 1 ਕਿਲੋ ਗੰਢੇ ਦੇ ਤੇ ਮੱਝ ਬਿਲਕੁਲ ਉਹਨੂੰ ਉਧਰ ਦੀ ਜੂ ਦਾ ਇੱਧਰ ਦੀ ਜੂ ਯਾਨੀ ਕਿ ਪਾਣੀ ਲਾਗ ਨਹੀਂ ਹੋਏਗਾ? ਨਹੀਂ ਹੋਏਗਾ ਪਾਣੀ। ਅੱਛਾ, ਆਖਰੀ ਗੱਲ ਦੱਸਿਓ, ਉੱਥੇ ਜਾ ਕੇ ਮੱਝ ਜਿਹੜੀ ਹੈ ਉਹ ਚੱਕਾਂ 'ਚ ਲੈਣੀ ਚਾਹੀਦੀ ਹੈ ਜਾਂ ਕਿੱਥੋਂ ਅੱਡਿਆਂ ਤੋਂ ਲੈਣੀ ਚਾਹੀਦੀ ਹੈ? ਨਹੀਂ ਜੀ, ਜਿਹੜੀ ਮੱਝ ਮੰਡੀ ਹੈ ਨਾ, ਮੰਡੀ ਤੋਂ ਮੱਝ ਮੈਂ ਕਦੇ ਨਹੀਂ ਲਈ। ਜਿਹੜੀ ਮੱਝ ਲਾਵਾਂ ਬਾਹਰੋਂ ਖਰੀਦ ਕੇ ਲਈ ਦੀ ਹੈ ਚੱਕਾਂ 'ਚੋਂ। ਬਹੁਤ ਸ਼ੁਕਰੀਆ ਨਵੀਰ ਸਾਹਿਬ, ਤੁਸੀਂ ਬੜੀ ਅੱਛੀ ਮਾਲੂਮਾਤ ਦਿੱਤੀ ਹੈ। ਅਸਲਾਮ ਅਲੈਕੁਮ ਜੀ ਵਾਲੇਕੁਮ ਸਲਾਮ।